ਸਾਧ ਸੰਗਤ ਜੀ ਧੰਨ ਗੁਰੂ ਕਲਗੀਧਰ ਪਿਤਾ ਜੀ ਦੇ ਇਤਿਹਾਸ ਵੱਲ ਆਪ ਜੀ ਦਾ ਧਿਆਨ ਲਿਜਾਨਾ। ਇੱਕ ਦਿਨ ਜ਼ਿਕਰ ਆਉਂਦਾ ਹੈ, ਗੁਰੂ ਗਰੀਬ ਨਿਵਾਸ ਸਾਹਿਬ ਜੀ ਸਮਾਧੀ ਦੇ ਵਿੱਚ ਬੈਠੇ ਸਨ ਤੇ ਅਚਲ ਸਮਾਧੀ ਵਿੱਚ ਧੰਨ ਗੁਰੂ ਸੱਚੀ ਸਰਕਾਰ ਬਾਜਾਂ ਵਾਲੇ ਪ੍ਰੀਤਮ ਮਾਈ ਬੈਠੇ ਹੋਏ ਨੇ ਤੇ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਸੰਬੋਧਨ ਹੋ ਕੇ ਬਚਨ ਫਰਮਾਇਆ। ਮਹਾਰਾਜ ਜੀ ਕਹਿੰਦੇ ਨੇ, ਰਹਿਣੀ ਰਹੇ ਸੋ ਖਾਲਸਾ ਸੋ ਮੇਰੋ ਨਿਜ ਤਾਜ। ਉਹ ਮੇਰੇ ਸਿਰ ਦਾ ਤਾਜ ਹੈ, ਜਿਹੜਾ ਰਹਿਣੀ ਦੇ ਵਿੱਚ ਰਹਿੰਦਾ ਉਹ ਖਾਲਸਾ ਹੈ। ਖਾਲਸੇ ਦਾ ਮਤਲਬ ਹੁੰਦਾ ਪਵਿੱਤਰ। ਖਾਲਸੇ ਦਾ ਮਤਲਬ ਹੁੰਦਾ ਜਿਹੜਾ ਦੂਸ਼ਣਾਂ ਤੋਂ, ਪਾਪਾਂ ਦੀ ਮੈਲ ਤੋਂ ਸਾਧ ਸੰਗਤ ਰਹਿਤ ਹੋ ਚੁੱਕਾ ਹੈ, ਜਿਹੜਾ ਸ਼ੁੱਧ ਹੋ ਚੁੱਕਾ ਹੈ। ਸ਼ੁੱਧ ਦਾ ਮਤਲਬ ਅੰਦਰੋਂ ਬਾਹਰੋਂ ਨਿਰਮਲ, ਜਿਹਨੂੰ ਗੁਰੂ ਅਮਰਦਾਸ ਸਾਹਿਬ ਨੇ ਬਾਣੀ 'ਚ ਫਰਮਾਇਆ, ਜੀਓ ਨਿਰਮਲ ਬਾਹਰੋਂ ਨਿਰਮਲ। ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ। ਭਲੇ ਸੇਵਣ ਜਾਰੇ ਕਹੇ ਨਾਨਕ, ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਖਾਲਸੇ ਦਾ ਮਤਲਬ ਹੁੰਦਾ ਸਾਧ ਸੰਗਤ। ਗਰੀਬ ਨਵਾਜ ਕਹਿੰਦੇ, ਜਿਹੜਾ ਇੱਕ ਵਾਹਿਗੁਰੂ ਦੀ ਆਰਾਧਨਾ ਕਰਦਿਆਂ ਹਿਰਦਾ ਜੀ ਦਾ ਸ਼ੁੱਧ ਹੋ ਗਿਆ ਤੇ ਅੰਦਰ ਪ੍ਰਮਾਤਮਾ ਜੋ ਜੋਤ ਰੂਪ ਹੈ, ਕਿਉਂਕਿ ਪ੍ਰਮਾਤਮਾ ਮਹਾਰਾਜ ਨੇ ਬਾਣੀ 'ਚ ਆਖਿਆ ਨੂਰ ਹੈ, ਜੋਤ ਹੈ। ਬਾਬਾ ਕਬੀਰ ਸਾਹਿਬ ਦੇ ਬਚਨ ਨੇ, ਸਾਹਿਬ ਦੀ ਬਾਣੀ। ਸਾਧ ਸੰਗਤ ਆਪ ਜੀ ਫਰਮਾਉਂਦੇ ਨੇ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਉਹ ਵਾਹਿਗੁਰੂ ਨੂਰ ਹੈ, ਉਹ ਸ਼ਕਤੀ ਹੈ, ਉਹ ਵਿਅਕਤੀ ਨਹੀਂ ਹੈ। ਜਿਹਦੇ ਅੰਦਰ ਉਹ ਵਾਹਿਗੁਰੂ ਪ੍ਰਤੱਖ ਹੋ ਗਿਆ, ਉਹਦੀ ਯਾਦ ਵਿੱਚ ਰਹਿਣ ਕਰਕੇ ਉਹਨੂੰ ਖਾਲਸਾ ਆਖੀਦਾ, ਕਿਉਂਕਿ ਅੰਦਰੋਂ ਦੂਸ਼ਣ ਖਤਮ ਹੋ ਜਾਣੇ, ਪਾਪ ਮਿਟ ਜਾਣੇ, ਸ਼ੁੱਧ ਹੋ ਜਾਣਾ ਉਹਦਾ ਹਿਰਦਾ। ਇਸ ਲਈ ਕਲਗੀਧਰ ਪਿਤਾ ਜੀ ਦਾ ਪਵਿੱਤਰ ਬਚਨ ਹੈ। ਆਪ ਫਰਮਾਉਂਦੇ ਨੇ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ, ਮੜੀ ਮਠ ਭੂਲ ਨ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਨੈ। ਜਿਹੜਾ ਖਾਲਸਾ ਹੈ, ਕਲਗੀਧਰ ਪਿਤਾ ਜੀ ਸਮਾਧੀ ਚੋਂ ਉਥਾਨ ਹੋਏ ਤੇ ਬਚਨ ਫਰਮਾਇਆ, ਮੇਰੇ ਸਿਰ ਦਾ ਤਾਜ ਹੈ। ਥੋੜਾ ਜਿਹਾ ਧਿਆਨ ਦੇਣਾ ਸਾਧ ਸੰਗਤ, ਮੈਂ ਸਾਖੀ ਉਹ ਲੱਭੀ ਹੈ ਇਤਿਹਾਸ ਵਿੱਚੋਂ ਜਿਹੜੀ ਇਸ ਸ਼ਬਦ ਦੇ ਨਾਲ ਮਿਲਦੀ ਜੁਲਦੀ ਹੋਵੇ। ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਖਾਲਸੇ ਨੇ, ਸਾਧ ਸੰਗਤ ਇਹਨਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਖਾਲਸਾ ਜਿਨ੍ਹਾਂ ਨੇ ਕਲਗੀਧਰ ਪਿਤਾ ਮਹਾਰਾਜ ਦੀ ਸ਼ਮਸ਼ੀਰ ਦੇ ਤੇਜ ਨੂੰ ਝੱਲਿਆ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਿਆਰੇ ਸਾਹਿਬਾਨ। ਭਾਈ ਦਇਆ ਸਿੰਘ ਜੀ ਤੇ ਸਾਧ ਸੰਗਤ, ਫਿਰ ਇਸ ਤੋਂ ਇਲਾਵਾ ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, 5 ਪਿਆਰੇ ਸਾਹਿਬਾਨ। ਸੱਚੇ ਪਾਤਸ਼ਾਹ ਨੂੰ ਸੁਭਾਵਕ ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਜੀ ਦੀ ਰਹਿਣੀ ਬਹਿਣੀ ਕੀ ਹੈ, ਇਹ ਵੀ ਕਿਰਪਾ ਕਰਕੇ ਦੱਸ ਦਿਓ, ਜਿਹਨੂੰ ਸਿੱਖ ਧਾਰਨ ਕਰੇ ਤੇ ਖਾਲਸੇ ਦਾ ਰੂਪ ਬਣ ਜਾਏ। ਕਿਉਂਕਿ 3 ਰੂਪ ਦਿੱਤੇ ਮਹਾਰਾਜ ਨੇ, ਸਿੱਖ, ਸਿੰਘ ਤੇ ਖਾਲਸਾ। ਖਾਲਸਾ ਸਭ ਤੋਂ ਸ੍ਰੇਸ਼ਟ ਹੈ, ਉੱਚਾ, ਸਭ ਤੋਂ ਵੱਡਾ, ਸਭ ਤੋਂ ਸ਼੍ਰੋਮਣੀ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਆ ਗਈ। ਗਰੀਬ ਨਵਾਜ ਨੇ ਫਿਰ ਸਾਧ ਸੰਗਤ ਇਤਿਹਾਸ ਵਿੱਚ ਜ਼ਿਕਰ ਆਉਂਦਾ, ਜਿਹੜੇ ਬਚਨਾਂ ਨੂੰ ਧਾਰਨ ਕਰਾਂਗੇ ਹਿਰਦੇ ਦਾ ਡਰ ਦੂਰ ਹੋਵੇਗਾ, ਜਮਾਂ ਦਾ ਤਰਾਸ ਮਿਟੇਗਾ ਤੇ ਖਾਲਸੇ ਦੀ ਰਹਿਣੀ ਬਹਿਣੀ ਮਿਲੇਗੀ। ਉਹਨਾਂ ਦਾ ਬਚਨ ਆਉਂਦਾ ਇਤਿਹਾਸ ਵਿੱਚ। ਮਹਾਰਾਜ ਨੇ ਬਚਨ ਫਰਮਾਇਆ ਕਿ ਮੁਕਤਾ ਉਸੇ ਨੂੰ ਜਾਣੋ, ਜਿਨੇ ਖੰਡੇ ਬਾਟੇ ਦੀ ਪਾਹੁਲ ਲਈ ਹੈ। ਚਰਨ ਪਾਉਲ ਨਹੀਂ ਹੋਣ ਲੈਣੀ, ਸਾਰੀਆਂ ਪਾਹੁਲਾਂ ਵਿੱਚ ਹੀ ਖੰਡੇ ਬਾਟੇ ਦੀ ਪਾਹੁਲ ਆ ਗਈ ਹੈ। ਕਿਉਂਕਿ ਚਰਨ ਪਾਉਲ ਜਿਹੜੀ ਉਹ 1699 ਤੱਕ ਚੱਲੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ। ਫਿਰ ਚਰਨ ਪਾਹੁਲ ਨੂੰ ਗਰੀਬ ਨਵਾਜ ਨੇ ਖੰਡੇ ਬਾਟੇ ਦੀ ਪਾਹੁਲ ਵਿੱਚ ਬਦਲ ਦਿੱਤਾ। ਇਹ ਪਹਿਲਾ ਬਚਨ ਹੈ। ਸੱਚੇ ਪਾਤਸ਼ਾਹ ਨੇ ਇਹ ਬਚਨ ਫਰਮਾਇਆ। ਨਾਲ ਮਹਾਰਾਜ ਨੇ ਆਖਿਆ, ਅੰਮ੍ਰਿਤ ਵੀ ਛਕ ਲਿਆ ਤੇ ਨਾਲ ਸਾਧਾਂ ਸੰਤਾਂ ਨੂੰ ਵੀ ਮਨਾਵੇਂ, ਉਹ ਮੇਰਾ ਸਿੱਖ ਨਹੀਂ। ਸਾਧ ਸੰਤ ਦਾ ਮਤਲਬ ਇਹ ਨਾ ਲੈਣਾ ਜਿਹੜਾ ਗੁਰਬਾਣੀ ਪੜ੍ਹਨ ਵਾਲਾ, ਗੁਰੂ ਮਹਾਰਾਜ ਦਾ ਪਵਿੱਤਰ ਖਾਲਸਾ ਹੋਵੇ, ਉਹਦਾ ਮਤਲਬ ਸਾਧ ਸੰਗਤ ਨਹੀਂ। ਸਾਧ ਸੰਤ ਦਾ ਮਤਲਬ ਹੈ ਭੇਖੀ, ਪਖੰਡੀ। ਕਿਉਂਕਿ ਮਹਾਰਾਜ ਨੇ ਬਚਨ ਆਇਆ, ਇਤਿਹਾਸ ਵਿੱਚ ਆਉਂਦਾ, ਏਕ ਮਜ਼ਹਬ ਰਹਿਣਾ ਭਲਾ। ਕਹਿੰਦੇ ਇੱਕ ਮਜ਼ਹਬ ਦੇ ਬਣ ਕੇ ਰਹਿਣਾ ਚਾਹੀਦਾ ਹੈ। ਜੇ ਸਿੱਖੀ ਧਾਰਨ ਕਰੀਏ ਤੇ ਚੰਗੀ ਤਰ੍ਹਾਂ ਸਿੱਖ ਬਣੋ, ਪੱਕੇ ਸਿੱਖ, ਕੱਚੇ ਨਾ ਬਣੋ।
ਮਹਾਰਾਜ ਨੇ ਆਖਿਆ ਏਕ ਮਜ਼ਹਬ ਰਹਿਣਾ ਭਲਾ। ਤੇ ਇਹ ਇਤਿਹਾਸ ਦੇ ਬਚਨ ਨੇ। ਮਹਾਰਾਜ ਜੀ ਕਹਿੰਦੇ ਦੋ ਮੈਂ ਰਹੇ ਨਾ ਕੋਏ, ਦੋਵਾਂ 'ਚ ਨਹੀਂ ਰਹਿਣਾ। ਦੋ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਹਮੇਸ਼ਾ ਡੁੱਬਦਾ ਹੁੰਦਾ ਹੈ, ਦਰਿਆ ਤੋਂ ਪਾਰ ਨਹੀਂ ਹੋ ਸਕਦਾ। ਗਰੀਬ ਨਵਾਜ ਨੇ ਫਿਰ ਅੱਗੇ ਬਚਨ ਫਰਮਾਇਆ ਸਿੱਖੀ ਤਿੰਨ ਤਰ੍ਹਾਂ ਦੀ ਹੈ। ਇਤਿਹਾਸ ਦੇ ਬਚਨ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪਹਿਲੀ ਹੈ ਸਿੱਖੀ ਸਹਿਜ ਧਾਰੀ, ਦੂਜੀ ਹੈ ਸੱਚੇ ਪਾਤਸ਼ਾਹ ਨੇ ਆਖਿਆ ਜੋ ਚਰਨ ਪਾਹੁਲ ਲੈਂਦੇ ਨੇ, ਤੇ ਤੀਜੇ ਨੇ ਜਿਹੜੇ ਖੰਡੇ ਬਾਟੇ ਦੀ ਪਾਹੁਲ ਲੈਂਦੇ ਨੇ। ਚਰਨ ਪਾਹੁਲ ਲੈਣ ਦਾ ਢੰਗ ਇਹ ਸੀ ਸਾਧ ਸੰਗਤ, ਜਦੋਂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਸੰਸਾਰ ਤੋਂ ਤਨ ਕਰਕੇ ਅਲੋਪ ਹੋਏ, ਕਿਉਂਕਿ ਮਹਾਰਾਜ ਆਤਮਾ ਕਰਕੇ ਅੱਜ ਵੀ ਹਨ, ਹਰ ਜਗ੍ਹਾ ਨੇ। ਗੁਰੂ ਮਹਾਰਾਜ ਨੂੰ ਦੇਖਣ ਲਈ ਅੱਖ ਚਾਹੀਦੀ ਹੈ। ਸੱਚੇ ਪਾਤਸ਼ਾਹ ਦੀ ਜੋਤ ਕਿੱਥੇ ਨਹੀਂ ਹੈ। ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ। ਉਸ ਤੋਂ ਬਾਅਦ ਕੀ ਹੁੰਦਾ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਤਿਹਾਸ ਕਹਿੰਦਾ ਹੈ ਰੁਮਾਲਾ ਸਾਹਿਬ ਦੀ ਕੰਨੀ ਨੂੰ ਭਿਉਂ ਕੇ ਨਾ ਜਲ ਵਿੱਚ ਉਹਨੂੰ ਧਾਰਨ ਕਰਦੇ ਸਨ, ਉਹਨੂੰ ਪੀਂਦੇ ਸਨ, ਉਹ ਹੁੰਦੀ ਸੀ ਚਰਨ ਪਾਹੁਲ। ਖੈਰ ਸਾਧ ਸੰਗਤ, ਮਹਾਰਾਜ ਨੇ ਆਖਿਆ ਖੰਡੇ ਬਾਟੇ ਦੀ ਪਾਹੁਲ ਸਭ ਤੋਂ ਵੱਡੀ ਹੈ, ਖੰਡੇ ਦਾ ਅੰਮ੍ਰਿਤ ਉਹਨਾਂ ਦੋਵਾਂ ਦੀ ਮੰਜ਼ਲ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਫਰਮਾਇਆ। ਫਿਰ ਸਾਧ ਸੰਗਤ ਜੀ ਇਤਿਹਾਸ ਵਿੱਚ ਆਉਂਦਾ ਮਹਾਰਾਜ ਨੇ ਆਖਿਆ ਰਹਿਤ ਵਿੱਚ ਰਹਿਣਾ ਤੇ ਗੁਰੂ ਮਹਾਰਾਜ ਦਾ ਉਪਦੇਸ਼ ਕਮਾਉਣਾ। ਫਿਰ ਅੱਗੇ ਇਤਿਹਾਸ ਵਿੱਚ ਮਹਾਰਾਜ ਦਾ ਬਚਨ, ਕਿਉਂਕਿ ਸਤਿਗੁਰੂ ਨੂੰ ਪੁੱਛਿਆ ਮਹਾਰਾਜ ਰਹਿਤ ਕੀ ਹੈ ਖਾਲਸੇ ਦੀ, ਦੱਸੋ। ਫਿਰ ਸੱਚੇ ਪਾਤਸ਼ਾਹ ਨੇ ਆਖਿਆ ਅੰਮ੍ਰਿਤ ਵੇਲੇ ਉੱਠੇ ਮੇਰਾ ਸਿੱਖ, ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰੇ। ਇੱਕ ਨਾਲ ਹਦਾਇਤ ਕੀਤੀ, ਗੁਰਬਾਣੀ ਦੇ ਜਾਪ ਤੋਂ ਇਲਾਵਾ ਕੋਈ ਹੋਰ ਮੰਤਰ ਦਾ ਜਾਪ ਨਹੀਂ ਕਰਨਾ। ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਗੁਰਮੁਖੀ ਅੱਖਰ ਸਿੱਖਣੇ ਤੇ ਸਿੱਖੀ ਨੂੰ ਦਿਖਾਵੇ ਰੂਪ ਵਿੱਚ ਕਦੇ ਧਾਰਨ ਨਹੀਂ ਕਰਨਾ। ਮੈਂ ਦਿਖਾਵਾ ਨਾ ਕਰਦਾ ਫਿਰ ਆਪਣੀ ਸਿੱਖੀ ਦਾ ਕਿ ਮੈਂ ਬੜਾ ਵੱਡਾ ਸਿੱਖ ਹਾਂ, ਦਿਖਾਵੇ ਤੋਂ ਬਚ ਕੇ ਰਹਿਣਾ। ਗੁਰਮੁਖੀ ਅੱਖਰ ਸਿੱਖਣੇ, ਅੰਮ੍ਰਿਤ ਵੇਲੇ ਉੱਠਣਾ, ਪਹਿਰ ਰਾਤ ਰਹਿੰਦਿਆਂ ਤੇ ਗੁਰਬਾਣੀ ਦਾ ਜਾਪ ਕਰਨਾ। ਸੱਚੇ ਪਾਤਸ਼ਾਹ ਨੇ ਫਿਰ ਸਾਧ ਸੰਗਤ ਬਚਨ ਫਰਮਾਏ ਵੇਦ ਸ਼ਾਸਤਰ ਜਿਹੜੇ ਹਨ ਇਹਨਾਂ ਨੂੰ ਨਹੀਂ ਪੜ੍ਹਨਾ ਤੇ ਗੁਰਬਾਣੀ ਦਾ ਹੀ ਜਾਪ ਕਰਨਾ ਹੈ। ਮਹਾਰਾਜ ਨੇ ਆਖਿਆ ਵਾਧੂ ਦੇ ਝਗੜਿਆਂ 'ਚ ਨਹੀਂ ਪੈਣਾ। ਤੇ ਨਾਲ ਇੱਕ ਬਚਨ ਫਰਮਾਇਆ ਨਾ ਤੁਰਕ ਦੀ ਨੌਕਰੀ ਕਰਨੀ ਹੈ, ਨਾ ਤੁਰਕ ਦੀ ਕਾਣ ਮੰਨਣੀ ਹੈ, ਤੇ ਲੋਭੀ ਨੂੰ ਕਦੇ ਜ਼ਿੰਦਗੀ ਦੇ ਵਿੱਚ ਆਪਣਾ ਮਿੱਤਰ ਨਹੀਂ ਬਣਾਉਣਾ। ਸਾਧ ਸੰਗਤ ਮੈਂ ਫਿਰ ਦੁਹਰਾ ਰਿਹਾ, ਸਿੱਖਾਂ ਨੇ ਪੁੱਛਿਆ ਮਹਾਰਾਜ ਖਾਲਸੇ ਦੀ ਰਹਿਣੀ ਕੀ ਹੈ, ਉਹ ਦੱਸੋ। ਇਹ ਮਹਾਰਾਜ ਦੱਸ ਰਹੇ ਨੇ ਜੋ ਇਤਿਹਾਸ ਵਿੱਚ ਬਚਨ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਬਾਹਮਣ ਨੂੰ ਨਹੀਂ ਮੰਨਣਾ, ਤੇ ਨਾਲ ਬਚਨ ਫਰਮਾਇਆ ਕਬਰ ਪੂਜ, ਸਰਵਰੀਆ, ਦੇਵੀ ਦੇਵਤੇ, ਸ਼ਕਤੀਆਂ ਦੀ ਪੂਜਾ ਨਹੀਂ ਕਰਨੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਅੰਮ੍ਰਿਤ ਛਕਣਾ, ਨਾ ਪਿੰਡ ਭਰਾਉਣੇ ਨੇ ਤੇ ਨਾ ਗਰੀਬ ਨਵਾਜ ਕਹਿੰਦੇ ਪਿੱਤਰਾਂ ਨੂੰ ਅੰਨ ਭੋਗ ਲਈ ਕੁਝ ਵੱਖਰਾ ਕਰਕੇ ਰੱਖਣਾ ਹੈ। ਤੇ ਮਹਾਰਾਜ ਨੇ ਆਖਿਆ ਜੇ ਕੋਈ ਕੱਪੜਾ ਧਨ ਇਤਿਆਦਿਕ ਦਾਨ ਕਰਨਾ ਹੈ ਸਿੱਖ ਨੂੰ ਕਰਨਾ ਹੈ, ਬ੍ਰਾਹਮਣ ਨੂੰ ਦਾਨ ਨਹੀਂ ਕਰਨਾ। ਗਰੀਬ ਨਵਾਜ ਸਾਹਿਬਾਂ ਦੇ ਬਚਨ ਜਿਹੜੇ ਪੁਰਾਣੇ ਇਤਿਹਾਸਕ ਗ੍ਰੰਥਾਂ ਵਿੱਚੋਂ ਮਿਲਦੇ ਨੇ। ਫਿਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜੇ ਕੋਈ ਕੇਸ ਰੱਖ ਲਵੇ ਸਿਰਫ ਇਸ ਕਰਕੇ ਕਿ ਸਿੱਖਾਂ ਕੋਲੋਂ ਮੈਨੂੰ ਭੇਟਾ ਮਿਲੇਗੀ ਤੇ ਉਹ ਪਾਪੀ ਤੋਂ ਕੋਹਾਂ ਦੂਰ ਰਹਿਣਾ ਹੈ। ਮਹਾਰਾਜ ਨੇ ਆਖਿਆ ਸ਼ੀਤਲਾ ਨੂੰ ਨਹੀਂ ਮੰਨਣਾ, ਭੇਖੀ ਨੂੰ ਕਦੇ ਜ਼ਿੰਦਗੀ 'ਚ ਦਾਨ ਨਹੀਂ ਦੇਣਾ। ਗਰੀਬ ਨਵਾਜ ਕਹਿੰਦੇ ਬਿਨਾਂ ਸੋਚੇ ਹਰ ਇੱਕ ਤੋਂ ਲੈ ਕੇ ਜਿਹੜਾ ਖਾ ਜਾਂਦਾ ਹੈ ਉਹ ਕਦਾਚਿਤ ਮੇਰਾ ਸਿੱਖ ਨਹੀਂ। ਵੇਖੋ ਕੈਸੇ ਕਮਾਲ ਦੇ ਬਚਨ ਇਤਿਹਾਸ ਵਿੱਚ ਛੁਪੇ ਪਏ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਇਸ ਤਰ੍ਹਾਂ ਨਾਲ ਮਹਿਮਾਨ ਨੂੰ ਖਵਾਉਣਾ, ਜੱਗ ਨਹੀਂ ਕਰਨੇ, ਤੀਰਥਾਂ ਦਾ ਰਟਨ ਨਹੀਂ ਕਰਨਾ, ਬਲਕਿ ਲੋੜਵੰਦ ਨੂੰ ਦੇਣਾ। ਉਹ ਗੁਰੂ ਦਾ ਦਿੱਤਾ, ਉਹ ਸਿੱਖ ਦਾ ਦਿੱਤਾ ਹੋਇਆ ਗੁਰੂ ਦੇ ਦਰ ਤੇ ਪ੍ਰਵਾਨ ਹੋਵੇਗਾ। ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਲੜਕੀ ਦੇਣ ਵੇਲੇ ਸਿੱਖੋ ਸੌਦਾ ਨਹੀਂ ਕਰਨਾ। ਮਹਾਰਾਜ ਨੇ ਆਖਿਆ ਲੈਣ ਦੇਣ ਨਹੀਂ ਕਰਨਾ, ਜਿਹਨੂੰ ਦਾਜ ਕਿਹਾ ਜਾਂਦਾ। ਹੋਰ ਮਨਮੁਖ ਜੇ ਦਾਜ ਰੱਖ ਵਿਖਾਲੇ, ਸਾਹਿਬ ਦੀ ਬਾਣੀ। ਦਾਜ ਨਹੀਂ ਲੈਣਾ। ਮਹਾਰਾਜ ਸਾਹਿਬ ਨੇ ਆਖਿਆ ਦਾਜ ਲੈਣ ਦੀ ਗੱਲ ਮੇਰਾ ਸਿੱਖ ਨਾ ਕਰੇ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਖਿਆ ਜਿਹੜਾ ਮੇਰਾ ਸਿੱਖ ਹੈ ਨਿਤਨੇਮ ਜ਼ਰੂਰ ਕਰੇ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਜਾਪ ਕਰੇ, ਭਾਵੇਂ ਥੋੜਾ ਹੀ ਕਰੇ, ਕੀਰਤਨ ਸੁਣੇ ਮਨ ਲਾ ਕੇ। ਕੀਰਤਨ ਸੁਣਨ ਵਾਸਤੇ ਤਰਲਾ ਵੀ ਲੈਣਾ ਪਵੇ ਤੇ ਤਰਲਾ ਲੈ ਕੇ ਵੀ ਜ਼ਰੂਰ ਕੀਰਤਨ ਸਰਵਣ ਕਰੇ।
ਫਿਰ ਸਾਧ ਸੰਗਤ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਫਰਮਾਇਆ। ਗਰੀਬ ਨਵਾਜ ਕਹਿੰਦੇ ਜੇ ਘਰ ਗ੍ਰਸਤੀ ਦੇ ਵਿੱਚ ਕੋਈ ਫੈਸਲਾ ਲੈਣਾ ਤੇ ਦੋਵੇਂ ਮੀਆਂ ਬੀਵੀ ਪਤੀ ਪਤਨੀ ਬੈਠ ਕੇ ਵਿਚਾਰ ਕਰਨ, ਵਿਚਾਰ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਫੈਸਲਾ ਲੈਣ। ਤੇ ਪੁੱਤਰ ਨੂੰ ਮਹਾਰਾਜ ਨੇ ਆਖਿਆ ਬੰਦਗੀ ਵੱਲ ਪ੍ਰੇਰਨਾ। ਇੱਥੇ ਪੁੱਤਰ ਦਾ ਮਤਲਬ ਮੈਂ ਕੱਢਾਂਗਾ ਔਲਾਦ, ਔਲਾਦ ਨੂੰ ਬੰਦਗੀ ਵੱਲ ਪ੍ਰੇਰਨਾ ਹੈ। ਤੇ ਗੁਰੂ ਦੀ ਸਿੱਖੀ ਵਾਲੇ ਬੰਨੇ ਪ੍ਰੇਰਨਾ ਮਾਂ ਪਿਓ ਦਾ ਸਾਧ ਸੰਗਤ ਫਰਜ਼ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਸਾਧ ਸੰਗਤ ਇਹ ਆਖਿਆ ਕਿ ਇਸ ਜਹਾਨ ਵਿੱਚ ਤੇ ਅਗਲੇ ਸੰਸਾਰ ਦੇ ਵਿੱਚ ਗੁਰੂ ਦੇ ਭਰੋਸੇ ਤੋਂ ਵੱਡੀ ਕੋਈ ਚੀਜ਼ ਨਹੀਂ। ਗੁਰਾਂ ਉੱਤੇ ਭਰੋਸਾ ਰੱਖਣਾ, ਇਹ ਲੋਕ ਸੁਖੀ ਹੋਵੇਗਾ, ਅਗਲਾ ਜਹਾਨ ਜਿਹਨੂੰ ਸਾਹਿਬ ਦੀ ਬਾਣੀ 'ਚ ਪਰਲੋਕ ਆਖਿਆ ਉਹ ਵੀ ਸਵਰੇਗਾ। ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਇਸ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਨਸ਼ੇ ਦੇ ਵਿੱਚੋਂ ਤੰਬਾਕੂ ਦਾ ਕਦੇ ਸੇਵਨ ਨਹੀਂ ਕਰਨਾ। ਤੰਬਾਕੂ ਉੱਤੇ ਜ਼ੋਰ ਤਾਂ ਦਿੱਤਾ ਇਤਿਹਾਸ ਵਿੱਚ ਕਿਉਂਕਿ ਸਾਧ ਸੰਗਤ ਇਹ ਬਾਅਦ ਵਿੱਚ ਆਇਆ ਨਸ਼ਾ ਹੈ। ਪਹਿਲਾਂ ਜਿਹੜੇ ਨਸ਼ੇ ਨੇ ਉਹਨਾਂ ਦਾ ਬਾਣੀ ਵਿੱਚ ਵੀ ਜ਼ਿਕਰ ਆ ਗਿਆ, ਜਿਵੇਂ ਸ਼ਰਾਬ ਨਹੀਂ ਪੀਣੀ, ਉਂਝ ਤੇ ਨਸ਼ਾ ਹਰ ਪ੍ਰਕਾਰ ਦਾ ਮਾੜਾ ਹੈ। ਸਤਿਗੁਰੂ ਜੀ ਨੇ ਫਿਰ ਇਹ ਵੀ ਆਖਿਆ ਕਿ ਗ੍ਰਹਿ ਪੂਜਾ ਨਹੀਂ ਕਰਨੀ। ਗਰੀਬ ਨਵਾਜ ਕਹਿੰਦੇ ਨੇ ਇਸੇ ਤਰ੍ਹਾਂ ਨਾਲ ਗਾਇਤਰੀ ਪਾਠ ਇਸ ਲਈ ਦੇਣਾ ਕਿ ਅੱਗੇ ਥਾਂ ਮਿਲੇ। ਇਹ ਸੱਚੇ ਪਾਤਸ਼ਾਹ ਨੇ ਆਖਿਆ ਗਾਂ ਜਿਹੜਾ ਪਸ਼ੂ ਹੈ, ਗਾਂ ਦਾਨ ਕਰਨਾ, ਹੋਮ ਕਰਨਾ, ਤਰਪਣ ਕਰਨਾ, ਜਿਹੜਾ ਇਹ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਸਿੱਖੀ ਨਹੀਂ ਹੈ। ਸਾਧ ਸੰਗਤ ਫਿਰ ਮਹਾਰਾਜ ਨੇ ਬਚਨ ਫਰਮਾਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਕਿਸੇ ਦਾ ਵਿਆਹ ਕਰਨਾ ਤੇ ਕਦੇ ਮੁੱਲ ਨਹੀਂ ਵੱਟਣਾ। ਜਿਹਨੂੰ ਲਾਵਾਂ ਲੈ ਕੇ ਪਾਠ ਕਰਨਾ ਨਾ, ਪਾਠ ਕਰ ਕੀਤਾ, ਇਹ ਜਦੋਂ ਆਨੰਦ ਕਾਰਜ ਦੀ ਰੀਤੀ ਕੀਤੀ, ਮੰਗ ਕੇ ਭੇਟਾ ਨਹੀਂ ਲੈਣੀ। ਇਤਿਹਾਸ ਵਿੱਚ ਇਹ ਗੱਲ ਦਾ ਜ਼ਿਕਰ ਹੈ। ਗ੍ਰੰਥੀ ਵੀ ਮੰਗ ਕੇ ਭੇਟਾ ਨਾ ਲਵੇ, ਜਦੋਂ ਲਾਵਾਂ ਕਰੇ। ਜਿਹੜਾ ਲਵੇਗਾ ਮਹਾਰਾਜ ਨੇ ਆਖਿਆ ਉਹ ਮੇਰਾ ਸਿੱਖ ਹੀ ਨਹੀਂ, ਉਹ ਝੂਠਾ ਹੈ। ਕਦੇ ਕਿਸੇ ਦੀ ਚੁਗਲੀ ਕਰਕੇ ਕੰਮ ਨਹੀਂ ਵਿਗਾੜਨਾ, ਨਿੰਦਾ ਨਹੀਂ ਕਰਨੀ। ਤੇ ਮਹਾਰਾਜ ਨੇ ਆਖਿਆ ਝੂਠ ਕਦੇ ਨਾ ਬੋਲੇ ਮੇਰਾ ਸਿੱਖ। ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਇਸ ਤਰ੍ਹਾਂ ਰਹਿਤ ਬੈਤ ਦੇ ਵਿੱਚ ਰਹਿਣਾ ਹੈ। ਤੇ ਸਾਧ ਸੰਗਤ ਇੱਦਾਂ ਹੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਇੱਕ ਵਾਰੀ ਸਿੱਖਾਂ ਨੇ ਪੁੱਛਿਆ ਮਹਾਰਾਜ ਭਵ ਸਾਗਰ ਤੋਂ ਤਰਨ ਦਾ ਕੋਈ ਸੁਖਾਲਾ ਜਿਹਾ ਰਾਹ ਦੱਸੋ। ਇਹ ਮੈਂ ਦੂਜੀ ਸਾਖੀ ਆਪ ਨਾਲ ਸ਼ੁਰੂ ਕਰਨ ਲੱਗਾ ਕਿਉਂਕਿ ਜ਼ਿਕਰ ਅੱਜ ਆਇਆ ਹੈ ਕਿ ਸੰਸਾਰ ਸਾਗਰੋਂ ਤਰ ਜਾਵਾਂ, ਐਸੀ ਕਿਰਪਾ ਕਰ ਦਿਓ ਮੇਰੇ ਉੱਪਰ ਜਮਾਂ ਦਾ ਡਰ ਮਿਟ ਜਾਏ। ਕਲਗੀਧਰ ਪਿਤਾ ਮਹਾਰਾਜ ਨੇ ਬਚਨ ਫਰਮਾਇਆ। ਸਤਿਗੁਰੂ ਜੀ ਕਹਿੰਦੇ ਹਨ ਜਿਹੜਾ ਮੇਰਾ ਸਿੱਖ ਹੈ ਉਹ ਹਮੇਸ਼ਾ ਬਾਣੀ ਦਾ ਪਠਨ ਕਰੇ, ਗੁਰਬਾਣੀ ਦਾ ਜਾਪ ਕਰੇ। ਜਦੋਂ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਭਵ ਸਾਗਰੋਂ ਤਰਨ ਦਾ ਕੋਈ ਸੁਖਾਲਾ ਰਾਹ ਇਤਿਹਾਸ ਵਿੱਚ ਆਉਂਦਾ ਹੈ, ਮਹਾਰਾਜ ਨੇ ਫਰਮਾਇਆ ਕਿ ਧੰਦਾ ਨਹੀਂ ਕਰਨਾ। ਹਦਾਇਤ ਕੀਤੀ ਹੈ ਧੰਦਾ ਨਹੀਂ ਕਰਨਾ ਦਾ ਮਤਲਬ ਹੈ ਕਿਰਤ ਸੁੱਚੀ ਰੱਖਣੀ ਹੈ। ਤੇ ਜਿਹੜੀ ਸਾਧ ਸੰਗਤ ਕਿਰਤ ਹੈ ਉਹਦੇ ਵਿੱਚ ਗਲਤਾਨ ਨਹੀਂ ਹੋਣਾ। ਆਪਣੇ ਪੇਸ਼ੇ ਦੇ ਵਿੱਚ ਵੀ ਜਿਹੜਾ ਪੇਸ਼ਾ ਕਰ ਰਿਹਾ ਬੰਦਾ ਉਹਦੇ 'ਚ ਹੀ ਗਲਤਾਨ ਹੋ ਜਾਏ, ਦਿਨ ਰਾਤ ਰੱਬ ਦਾ ਨਾਂ ਆਖੇ ਜੀ ਮੇਰੇ ਕੋਲ ਕਿਹੜਾ ਵਕਤ ਹੈ, ਸਿਰ ਖੁਰਕਣ ਦਾ ਵੇਲਾ ਨਹੀਂ, ਇੰਨਾ ਬਿਜੀ ਹੋ ਜਾਏ। ਗਲਤਾਨ ਨਹੀਂ ਹੋਣਾ ਆਪਣੇ ਪੇਸ਼ੇ ਦੇ ਵਿੱਚ, ਧੰਦਾ ਨਹੀਂ ਕਰਨਾ, ਕਿਰਤ ਸੁੱਚੀ ਰੱਖਣੀ ਹੈ। ਮਹਾਰਾਜ ਨੇ ਸਾਧ ਸੰਗਤ ਭਵ ਸਾਗਰੋਂ ਤਰਨ ਦੇ ਲਈ 4 ਬਚਨ ਫਰਮਾਏ ਇਤਿਹਾਸ ਵਿੱਚ ਜਿਨ੍ਹਾਂ ਦਾ ਜ਼ਿਕਰ ਆਉਂਦਾ। ਇੱਕ ਬਚਨ ਧੰਦਾ ਨਹੀਂ ਕਰਨਾ, ਦੂਜਾ ਮਹਾਰਾਜ ਸਾਹਿਬ ਨੇ ਆਖਿਆ ਮਨ ਸ਼ਾਂਤ ਰੱਖਣਾ। ਚਾਹੇ ਕਿੰਨੀ ਵੀ ਵਿਪਤਾ ਆ ਜਾਏ ਜ਼ਿੰਦਗੀ ਅੰਦਰ, ਸਤਿਗੁਰੂ ਮਹਾਰਾਜ ਨੇ ਆਖਿਆ ਕਿੰਨਾ ਵੀ ਕੁਝ ਵਾਪਰ ਜਾਏ ਮਨ ਦੀ ਸ਼ਾਂਤੀ ਨਹੀਂ ਗਵਾਉਣੀ। ਤੀਜਾ ਬਚਨ ਆਖਿਆ ਮਰਨ ਨੂੰ ਹਮੇਸ਼ਾ ਚੇਤੇ ਰੱਖਣਾ, ਮੌਤ ਨੂੰ ਕਦੇ ਚਿੱਤੋਂ ਨਾ ਵਸਾਰੇ ਤੇ ਸਿਮਰਨ ਹਮੇਸ਼ਾ ਕਰਦੇ ਰਹਿਣਾ। ਚੌਥਾ ਬਚਨ ਸਾਧ ਸੰਗਤ ਆਪਾਂ ਨੂੰ ਮਹਾਰਾਜ ਨੇ ਗੁਰਮੰਤਰ ਵਾਹਿਗੁਰੂ ਦਿੱਤਾ, ਇੱਕੋ ਹੀ ਅੱਖਰ ਹੈ। ਜੇ ਆਪਣੇ ਕੋਲ ਵਕਤ ਹੈ ਨਾ ਤੇ ਜੋ ਸਮਝ ਪਈ ਹੈ ਮੈਂ ਉਹਦੇ ਆਧਾਰ ਤੇ ਅਰਜ਼ ਕਰਨ ਲੱਗਾ। ਸਹਿਜ ਪਾਠ ਕਰਨਾ ਚਾਹੀਦਾ ਹੈ। ਸਾਹਿਬ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਹੈ, ਹੋਰ ਬੜੀਆਂ ਬਾਣੀਆਂ ਨੇ ਉਹਨਾਂ ਦਾ ਜਾਪ ਕਰੇ। ਚੌਪਈ ਸਾਹਿਬ ਹੈ ਕਲਗੀਧਰ ਪਿਤਾ ਮਹਾਰਾਜ ਦੀ ਬਾਣੀ, ਉਹਦਾ ਜਾਪ ਕਰੇ। ਜਦੋਂ ਬੰਦਾ ਕੰਮ ਕਾਜ ਦੇ ਵਿੱਚ ਵਿਅਸਤ ਹੈ, ਭਾਵੇਂ ਕਿੱਡਾ ਵੀ ਕਠਿਨ ਤੋਂ ਕਠਿਨ ਕੰਮ ਕਰ ਰਿਹਾ ਨਾ, ਮੂੰਹ ਦੇ ਵਿੱਚੋਂ ਸਾਧ ਸੰਗਤ ਉੱਚੀ ਬੋਲ ਕੇ ਨਹੀਂ, ਅੰਦਰੇ ਅੰਦਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਜਾ ਸਕਦਾ ਹੈ। ਔਰ ਇਹਦਾ ਬੜੀ ਵਾਰਾਂ ਇਤਿਹਾਸ ਵਿੱਚ ਜ਼ਿਕਰ ਆਇਆ ਹੈ। ਕਲਗੀਧਰ ਪਿਤਾ ਮਹਾਰਾਜ ਦਾ ਜਿਹੜੇ ਬਚਨ ਸਨ ਸਿੱਖਾਂ ਦੇ ਭਲੇ ਵਾਸਤੇ ਉਚਾਰੇ, ਇੱਕ ਗ੍ਰੰਥ ਬਣਿਆ ਸੀ ਮੁਕਤੀਨਾਮਾ, ਉਹਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਮੇਰਾ ਸਿੱਖ ਹਮੇਸ਼ਾ ਵਾਹਿਗੁਰੂ ਦਾ ਨਾਮ ਜਪਦਾ ਰਹੇ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਬਚਨ ਫਰਮਾਏ। ਸਾਧ ਸੰਗਤ ਜੀ
ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ ਹੈ ਤੇ ਅੰਮ੍ਰਿਤ ਜਿਨ੍ਹਾਂ ਛਕ ਲਿਆ, ਬਾਣੀ ਪੜ੍ਹਦੇ ਸਨ, ਉਹਨਾਂ ਨੂੰ ਤਰਾਸ ਦੁਨੀਆ ਦਾ ਵੀ ਨਾ ਰਿਹਾ, ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਲੱਗ ਤੁਰੀਆਂ। ਐਵੇਂ ਜ਼ਿਕਰ ਆਉਂਦਾ, ਭਾਈ ਮਦਨ ਸਿੰਘ ਹੋਇਆ ਗੁਰੂ ਮਹਾਰਾਜ ਦਾ ਸਿੱਖ। ਉਸ ਸਾਧ ਸੰਗਤ ਸਿੱਖ ਨੇ 12 ਮਹੀਨੇ ਗੁਰੂ ਮਹਾਰਾਜ ਦੇ ਘੋੜਿਆਂ ਦੀ ਸੇਵਾ ਕੀਤੀ ਨਿਸ਼ਕਾਮ ਹੋ ਕੇ। ਬਾਣੀ ਪੜ੍ਹਦਾ ਰਹਿੰਦਾ ਸੀ। ਜਦੋਂ ਸੇਵਾ ਕੀਤੀ, ਰਿੱਧੀਆਂ ਸਿੱਧੀਆਂ ਫੁਰ ਪਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਆਖਿਆ ਸੀ, ਮਦਨ ਸਿੰਘ ਨੂੰ, ਕਿ ਜੇ ਕੁਝ ਪਾਇਆ ਤੇ ਜਰ ਲਾ, ਕਿਉਂਕਿ ਭੋਜਨ ਖਾਣਾ ਭਾਰਾ ਬੜਾ ਸੌਖਾ ਹੈ, ਪਰ ਪਚਾਉਣਾ ਬੜਾ ਔਖਾ ਹੁੰਦਾ ਹੈ। ਜੇ ਕੋਈ ਬਾਣੀ ਦਾ ਜਾਪ ਕਰੇ ਗੁਰੂ ਦਾ ਸਿੱਖ, ਉਹਦੇ ਕੋਲ ਸ਼ਕਤੀਆਂ ਆਉਂਦੀਆਂ ਨੇ, ਬੜਾ ਕੁਝ ਹੈ, ਰਿੱਧੀਆਂ ਸਿੱਧੀਆਂ ਦੀਆਂ ਸ਼ਕਤੀਆਂ ਨੇ। ਪਹਿਲਾਂ ਪਤਾ ਲੱਗਣ ਲੱਗ ਪੈਂਦਾ ਮੇਰੀ ਘਟਨਾ ਜ਼ਿੰਦਗੀ ਵਿੱਚ ਕੀ ਘਟੇਗੀ, ਹੋਰ ਬਹੁਤ ਕੁਝ ਸੁੱਝਦਾ ਹੈ। ਉਹਨੂੰ ਸਾਧ ਸੰਗਤ ਉਹਨੂੰ ਭੁੰਚਣ ਦਾ ਮਤਲਬ ਹੈ, ਜਿਵੇਂ ਸਾਹਿਬ ਨੇ ਆਖਿਆ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੇ, ਉਹਨੂੰ ਉਧਾਰੋ, ਉਹਨੂੰ ਪਚਾਵੇ। ਉਹਦਾ ਜ਼ਿਕਰ ਨਾ ਕਰਦਾ ਫਿਰ ਦੁਨੀਆ ਦੇ ਅੰਦਰ। ਸੋ ਇਸ ਤਰ੍ਹਾਂ ਨਾਲ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ, ਜੇ ਕੁਝ ਪਾਇਆ ਸਿੱਖਾਂ ਤੇ ਜਰ। ਮਹਾਰਾਜ ਨੂੰ ਰਵਾਲਸਰ ਸੱਦਿਆ ਪਹਾੜੀਆਂ ਨੇ। ਜਦੋਂ ਪਹਾੜੀਆਂ ਨੇ ਰਵਾਲਸਰ ਦੇ ਅਸਥਾਨ ਤੇ ਕਲਗੀਧਰ ਪਿਤਾ ਨੂੰ ਸੱਦਿਆ, ਮਹਾਰਾਜ ਆਓ, ਤੁਹਾਡੇ ਨਾਲ ਬੈਠ ਕੇ ਅਸੀਂ ਕੁਝ ਵਿਚਾਰਾਂ ਕਰਨੀਆਂ ਨੇ। ਮਹਾਰਾਜ ਜੀ ਗਏ। ਗੁਰੂ ਕਲਗੀਧਰ ਪਿਤਾ ਨੂੰ ਪਹਾੜੀਏ ਰਾਜੇ ਕਹਿੰਦੇ ਸਨ, ਮਹਾਰਾਜ ਅਸੀਂ ਅੰਮ੍ਰਿਤ ਛਕ ਲੈਂਦੇ ਹਾਂ, ਤੁਸੀਂ ਕਹਿੰਦੇ ਹੋ ਅੰਮ੍ਰਿਤ ਛਕਣਾ ਜ਼ਰੂਰੀ ਹੈ, ਕਿਉਂਕਿ ਇਤਿਹਾਸ ਵਿੱਚ ਆਇਆ, ਮਹਾਰਾਜ ਨੇ ਬੜਾ ਜ਼ੋਰ ਦੇ ਕੇ ਆਖਿਆ। ਅੰਮ੍ਰਿਤ ਆਪ ਛਕਿਆ, ਫਿਰ ਸਾਧ ਸੰਗਤ ਅੰਮ੍ਰਿਤ ਛਕਣ ਦੀ ਤਾਕੀਦ ਕੀਤੀ ਹੈ ਜਿੱਥੇ ਜਿੱਥੇ ਗਏ। ਇਹ ਮਹਾਰਾਜ ਦੀ ਬੜੀ ਅਨੋਖੀ ਕਲਾ ਹੈ। 1699 ਵਿਸਾਖੀ ਦਾ ਇਤਿਹਾਸ ਬੜਾ ਪਿਆਰਾ ਹੈ। ਗੁਰੂ ਨਾਨਕ ਸਾਹਿਬ ਜਦੋਂ ਭਾਈ ਗੁਰਦਾਸ ਸਾਹਿਬ ਦੇ ਬਚਨ ਨੇ, ਚੜ੍ਹਿਆ ਸੋਧਣ ਧਰਤ ਲੁਕਾਈ, ਜਦੋਂ ਘਰ ਨੂੰ ਛੱਡਿਆ ਬਾਬਾ ਨਾਨਕ ਮਹਾਰਾਜ ਨੇ ਤੇ ਤੁਰ ਪਏ ਨੇ ਮਰਦਾਨਾ ਜੀ ਨੂੰ ਲੈ ਕੇ, ਸਾਰੀ ਲੁਕਾਈ ਨੂੰ ਨਾਮ ਜਲ ਦਾ ਛੱਟਾ ਮਾਰ ਕੇ ਠਾਰਨ ਵਾਸਤੇ। ਉਦਣ ਵਿਸਾਖੀ ਵਾਲਾ ਦਿਨ ਸੀ। ਸਾਧ ਸੰਗਤ ਜਦੋਂ ਗੋਇੰਦਵਾਲ ਸਾਹਿਬ ਦਾ ਕੜ ਟੁੱਟਾ, ਉਦੋਂ ਵੀ ਵਿਸਾਖੀ ਵਾਲਾ ਦਿਨ ਸੀ। ਜਦੋਂ ਪਿੰਗਲਾ ਠੀਕ ਹੋਇਆ, ਰਾਜੀ ਹੋਇਆ, ਰਜਨੀ ਦਾ ਪਤੀ, ਤੇ ਜਦੋਂ ਮਹਾਰਾਜ ਨੇ ਇਸ ਪਵਿੱਤਰ ਸਥਾਨ ਅੰਮ੍ਰਿਤਸਰ ਸਾਹਿਬ ਨੂੰ ਪ੍ਰਗਟ ਕੀਤਾ, ਉਦੋਂ ਵੀ ਵਿਸਾਖੀ ਵਾਲਾ ਦਿਨ ਸੀ। ਇਸ ਤਰ੍ਹਾਂ ਨਾਲ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਚਨ ਫਰਮਾਏ ਸਨ ਕਿ ਬਾਬਾ ਬਸੇ ਗ੍ਰਾਮ ਬਕਾਲੇ, ਆਪ ਸੱਚਖੰਡ ਪਿਆਨਾ ਕਰਨ ਲੱਗੇ ਨੇ, ਤੇ 9ਵੇਂ ਗੁਰਾਂ ਬਾਬਤ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਬਚਨ ਫਰਮਾਇਆ ਕਿ ਬਾਬਾ ਬਸੇ ਗ੍ਰਾਮ ਬਕਾਲੇ, ਬਨਪੁਰ ਸੰਗਤ ਸਕਲ ਸੰਭਾਲੇ। ਉਦੋਂ ਵੀ ਵਿਸਾਖੀ ਵਾਲਾ ਦਿਨ ਸੀ। ਬੜੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਜ਼ਿਕਰ ਆਉਂਦਾ ਹੈ, ਵਿਸਾਖੀ ਦਾ ਖਾਸ ਮਹੱਤਵ ਰਿਹਾ ਹੈ। ਇਸੇ ਤਰ੍ਹਾਂ ਜਦੋਂ ਸਾਧ ਸੰਗਤ ਜੀ ਇਹ 1699 ਦੀ ਵਿਸਾਖੀ ਵਾਲਾ ਦਿਨ ਆਇਆ, ਉਦੋਂ ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਖਾਲਸੇ ਨੂੰ ਪ੍ਰਗਟ ਕੀਤਾ ਹੈ। ਤੇ ਇਹ ਸਾਧ ਸੰਗਤ ਬਚਨ ਫਰਮਾਇਆ ਮਹਾਰਾਜ ਨੇ। ਸਰਬਲੋ ਗ੍ਰੰਥ ਦੇ ਵਿੱਚ ਬਚਨ ਆਉਂਦਾ ਹੈ, ਸਾਹਿਬ ਜੀ ਕਹਿੰਦੇ, ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ। ਆਤਮ ਰਸ ਦਾ ਮਤਲਬ ਜਿਹਨੂੰ ਨਾਮ ਦਾ ਰਸ ਆਇਆ ਹੈ, ਨਾਮ ਦਾ ਰਸ ਸਾਹਿਬ ਦੀ ਬਾਣੀ। ਮਹਾਰਾਜ ਜੀ ਕਹਿੰਦੇ, ਇਹ ਰਸ ਛਾਡੇ ਉਹ ਰਸ ਪੀਆ, ਉਹ ਰਸ ਪੀਆ, ਉਹ ਮਹਾਰਾਜ ਕਹਿੰਦੇ ਰਸ ਪੀਆ, ਇਹ ਰਸ ਨਹੀਂ ਭਾਵਾ। ਜਦੋਂ ਉਹ ਨਾਮ ਦਾ ਰਸ ਮਿਲ ਗਿਆ, ਫਿਰ ਇਹ ਦੁਨਿਆਵੀ ਵਿਕਾਰਾਂ ਦੇ ਰਸ ਚੰਗੇ ਨਹੀਂ ਲੱਗਦੇ। ਸੱਚੇ ਪਾਤਸ਼ਾਹ ਕਹਿੰਦੇ, ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ। ਇਹ ਕਿੱਡਾ ਵੱਡਾ ਰੁਤਬਾ ਹੈ ਖਾਲਸੇ ਦਾ। ਜਿਹੜੇ 5 ਪਿਆਰੇ ਸਾਹਿਬਾਨ, ਉਹਨਾਂ ਦਾ ਰੁਤਬਾ ਕਿੱਡਾ ਵੱਡਾ ਹੈ। ਇਸੇ ਕਰਕੇ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਕਿਹਾ ਕਰਦੇ ਸਨ ਇਤਿਹਾਸ ਵਿੱਚ ਜ਼ਿਕਰ, ਕਿ ਜਦੋਂ ਮੇਰੇ ਕੋਲ ਤੁਸੀਂ ਆਉਣਾ ਹੈ, ਦਰਸ਼ਨਾਂ ਦਾ ਸਮਾਂ ਨਾ ਲੱਗੇ, ਤੇ ਭਾਈ ਸਾਹਿਬ ਭਾਈ ਦਇਆ ਸਿੰਘ ਨੂੰ ਮੇਰਾ ਹੀ ਰੂਪ ਸਮਝ ਕੇ ਬਚਨ ਕਰ ਲੈਣੇ ਉਹਨਾਂ ਨਾਲ। ਜਦੋਂ ਮਹਾਰਾਜ ਅਬਚਲ ਨਗਰ ਗਏ ਹਜੂਰ ਸਾਹਿਬ ਦੀ ਧਰਤੀ ਤੇ, ਸਾਧ ਸੰਗਤ ਮਹਾਰਾਜ ਜੀ ਕਹਿੰਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਦ। ਜਿਹੜਾ ਸਿੱਖ ਹੈ ਗੁਰੂ ਦਾ ਖਾਲਸਾ, ਜਿਹਦੇ ਅੰਦਰ ਆਤਮ ਰਸ ਪ੍ਰਗਟ ਹੋ ਗਿਆ ਹੈ, ਰੱਬ ਤੇ ਮੈਂ ਆਪਣੇ ਆਪ ਨੂੰ ਕਹਿ ਰਹੇ, ਮਹਾਰਾਜ ਅਸੀਂ ਤਿੰਨੋਂ ਇੱਕ ਰੂਪ ਹਾਂ। ਐਡਾ ਵੱਡਾ ਰੁਤਬਾ ਹੈ ਸਾਧ ਸੰਗਤ। ਇਸ ਕਰਕੇ ਜਦੋਂ ਕੋਈ ਅੰਮ੍ਰਿਤ ਛਕਦਾ ਹੈ ਨਾ, ਮਾਫ ਕਰਨਾ, ਅੰਮ੍ਰਿਤ ਛਕ ਲੈਣਾ ਕਾਫੀ ਨਹੀਂ ਹੁੰਦਾ। ਅੰਮ੍ਰਿਤ ਛਕਣ ਦਾ ਮਤਲਬ ਹੈ ਗੁਰੂ ਵਾਲੇ ਬਣਨਾ। ਉਹ ਇੱਕ ਮਾਰਗ ਮਿਲ ਗਿਆ ਆਪਾਂ ਨੂੰ, ਸੱਚੇ ਪਾਤਸ਼ਾਹ ਨੇ ਦੇ ਦਿੱਤਾ, ਉਹਦੇ ਉੱਤੇ ਚੱਲਣਾ ਹੈ। ਇਹੀ ਕਾਰਨ ਹੈ ਨਾ ਵੀ ਅੰਮ੍ਰਿਤ ਛਕਾਉਣ ਤੋਂ ਬਾਅਦ ਮਹਾਰਾਜ ਨੇ ਰਹਿਤਾਂ ਬਹਿਤਾਂ ਦ੍ਰਿੜ ਕਰਾਈਆਂ, ਤੇ ਸੱਚੇ ਪਾਤਸ਼ਾਹ ਨੇ ਆਖਿਆ ਵੀ ਆਹ ਕੁਰੈਤਾਂ ਨੇ ਇਹ ਨਹੀਂ ਕਰਨੀਆਂ, ਆਹ ਰਹਿਤਾਂ ਇਹਨਾਂ ਨੂੰ ਧਾਰਨ ਕਰਨਾ। ਤੇ ਜੇ ਹੁਣ ਸਾਧ ਸੰਗਤ ਹੋਵੇ ਗੁਰੂ ਦਾ ਸਿੱਖ, ਸ਼ਰਾਬਾਂ ਵੀ ਪੀਵੇ,
ਰਾਤ ਨੂੰ ਕਿੱਲੀ ਉੱਤੇ ਟੰਗ ਦਵੇ ਸ੍ਰੀ ਸਾਹਿਬ, ਉਹ ਕਿਧਰ ਦਾ ਖਾਲਸਾ, ਉਹ ਕਿਵੇਂ ਸਿੱਖ ਹੋ ਸਕਦਾ ਹੈ ਮਹਾਰਾਜ ਦਾ। ਸਾਹਿਬਾਂ ਨੇ ਡੰਕੇ ਦੀ ਚੋਟ ਤੇ ਜੋ ਬਚਨ ਫਰਮਾਏ, ਰਹਿਤਨਾਮਿਆਂ 'ਚ ਲਿਖੇ ਬੋਲ ਨੇ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ। ਚਲੋ ਸਮਾਪਤੀ ਵੱਲ ਵਧੀਏ, ਸਮਾਂ ਹੋ ਗਿਆ ਹੈ। ਜਿਹੜਾ ਖਾਲਸਾ ਰਹਿਤ ਬੈਤ ਦੇ ਵਿੱਚ ਹੈ ਨਾ, ਗੁਰੂ ਦਾ ਸਿੱਖ, ਉਹਦੇ ਲਈ ਗੁਰੂ ਕਲਗੀਧਰ ਸਾਹਿਬ ਨੇ ਬਚਨ ਫਰਮਾਇਆ ਸਵਈਆ, ਜੁਧ ਜਿਤੇ ਨਹੀਂ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੁਦਾਨ ਕਰੇ, ਅਗ ਔਗ ਟਰੇ ਨਹੀਂ ਕੇ ਪ੍ਰਸਾਦ, इन्हीं की कृपा फुन धाम परे, इन्हीं की कृपा के सजे हम हैं, नहीं मोसे गरीब करोड़ परे। महाराज साहब जी कहते हैं मेरे वर्गे करोड़ां गरीब पै ने, मैं तो इन्हां दी कृपा दे करके सज्या होया। इन्हीं की कृपा के सजे हम है, नहीं मोसे गरीब करोड़ परे। अगे सवैया आउंदा, सेव करी इन्हीं की पावत, खालसे दी सेवा करो जे मेरियां खुशियां लैनियां। सेव करी इन्हीं की पावत, और को सेव सुहात ना जी को। होरनां दी सेवा, असल विच बामण दी सेवा तो मना कर रहे ने महाराज। ਉਹਦੀ सेवा करोगे मैनू चंगी नहीं लगनी, क्योंकि गल ये नहीं किसी नाल नफरत की गल नहीं, गल नूं समझिए गहराई विचों। ये वरण वंड आश्रम की गल है सारी। थोड़ा जिहा मैं फिर आउणा दोबारा इतिहास वाल। जदों पहाड़ियां ने सद्दिया ना साहब नूं, अरवालसर गए सच्चे पातशाह, वो कहिंदे महाराज असीं अमृत छक लैने आ, पर साडीआं दो शर्तां ने। महाराज ने गिणती नहीं वधाउणी, ये किते भुलेखे विच होईए असीं। सच्चे पातशाह नूं परपक्क सिੱਖੀ ਦੇ ਵਿੱਚ सिख ਚਾਹੀਦਾ, गिणती नाल साहब नूं कोई मतलब नहीं है। इक्को ही सी सूरमा साध संगत बाबा जरनैल सिंह भिंडरां वाला कल्ला ही वाधू। सच्चे पातशाह महाराज ने बचन फरमाया, वो कहिंदे सच्चे सतगुरु पुछदे की तुहाडीआं शर्तां ने? कहिंदे एक ते असीं कछारा नहीं पाउणा, दूजी साडी शर्त है भी ਜਿਹੜੇ ਬਾਟੇ ਦੇ ਵਿੱਚੋਂ ਸਾਰਿਆਂ ਨੂੰ ਅੰਮ੍ਰਿਤ ਛਕਾਉਂਦੇ ਹੋ ਨਾ, ਉਹ ਇਕੱਠੇ ਕਰ ਦਿੱਤੇ ਸਾਰੇ, ਕੀ ਉਹਦੇ ਵਿੱਚ ਚੂੜੇ ਚਮਿਆਰ ਸੈਣੀ ਨਾਈ ਜੱਟ ਸਭ ਇਕੱਠੇ ਕਰਕੇ ਇੱਕੇ ਚੋਂ ਅੰਮ੍ਰਿਤ ਛਕਾ ਰਹੇ ਹੋ ਬਾਟੇ ਚੋਂ। ਉਹ ਬਾਟੇ ਚੋਂ ਅੰਮ੍ਰਿਤ ਨਹੀਂ ਛਕਣਾ, ਸਾਡੇ ਲਈ ਅੰਮ੍ਰਿਤ ਵੱਖਰਾ ਤਿਆਰ ਕਰਨਾ ਪੈਣਾ ਬਾਟਾ। ਤੇ ਮਹਾਰਾਜ ਨੇ ਆਖਿਆ ਸਿੱਖੀ ਦੇ ਵਿੱਚ ਮੈਂ ਵੈਦਿਕ ਰੀਤੀ ਨਹੀਂ ਅਪਣਾਉਣੀ, ਕਿਉਂਕਿ ਇਹ ਯਾਦ ਰੱਖਣਾ ਜਿਹੜਾ ਵੇਦ ਹੈ ਨਾ, ਵੇਦ ਸਾਧ ਸੰਗਤ ਅਣਸੀਤਾ ਕੱਪੜਾ ਪਾਏ ਤੋਂ ਬਿਨਾਂ ਨਹੀਂ ਪੜਿਆ ਜਾਂਦਾ। ਤੇ ਕਛਹਿਰਾ ਜਿੰਨੀ ਦੇਰ ਤੱਕ ਸਿਉਣ ਨਾ ਲਈਏ ਤਿਆਰ ਹੀ ਨਹੀਂ ਹੁੰਦਾ। ਤੇ ਦੂਜਾ ਮਹਾਰਾਜ ਨੇ ਆਖਿਆ ਅਸੀਂ ਵਰਣ ਵੰਡਨ 'ਚ ਨਹੀਂ ਪਾਉਣਾ, ਮਤਲਬ ਸਾਰਿਆਂ ਨੂੰ ਇਕੱਠਿਆਂ ਕੀਤਾ, ਜਾਤ ਬਰਾਦਰੀ ਇਹਨਾਂ ਦੀ ਖਤਮ ਕਰ ਦਿੱਤੀ ਹੈ, ਕਰਮ ਨਾਸ ਕਰ ਦਿੱਤਾ ਹੈ, ਸਾਰਿਆਂ ਨੂੰ ਬਰਾਬਰ ਹੱਕ ਦਿੱਤੇ ਨੇ, ਸਾਰਿਆਂ ਨਾਲ ਸਾਡਾ ਪਿਆਰ ਹੈ। ਇਸ ਕਰਕੇ ਸਾਹਿਬ ਨੇ ਸਾਧ ਸੰਗਤ ਭਾਵੇਂ ਮੁਸਲਮਾਨ ਹੈ, ਭਾਵੇਂ ਹਿੰਦੂ ਹੈ, ਭਾਵੇਂ ਬਾਕੀ ਜਿਹੜੇ ਦੁਨੀਆ 'ਚ ਵੱਡੇ 8 ਧਰਮ ਹੋਏ ਨੇ ਉਹਨਾਂ ਵਿੱਚੋਂ ਕੋਈ ਵੀ ਹੋਵੇ, ਭਾਵੇਂ ਜੈਨੀਆਂ 'ਚੋਂ ਆਇਆ, ਪਾਰਸੀਆਂ 'ਚੋਂ, ਈਸਾਈਆਂ 'ਚੋਂ, ਯਹੂਦੀਆਂ 'ਚੋਂ, ਇਸਲਾਮ 'ਚੋਂ ਕੋਈ ਵੀ ਹੋਵੇ, ਸਭ ਨੂੰ ਇੱਥੇ ਜਗ੍ਹਾ ਹੈ, ਸਭ ਲਈ ਇਹ ਦਰਵਾਜ਼ਾ ਖੁੱਲ੍ਹਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਫਰਮਾਇਆ, ਸਾਹਿਬ ਕਹਿੰਦੇ ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ। ਦਾਨ ਦਿਓ ਇਨਹੀ ਕੋ ਭਲੋ, ਔਰ ਕੋ ਦਾਨ ਨਾ ਲਾਗਤ ਨੀਕੋ। ਆਗੇ ਫਲੇ ਨਹੀਂ ਕੋ ਦਇਓ, ਅੱਗੇ ਆਗੇ ਫਲੇ ਨਹੀਂ ਕੋ ਦਇਓ, ਜਗ ਮੈਂ ਜਸ ਔਰ ਦਿਓ ਸਭ ਫੀਕੋ। ਕਲਗੀਧਰ ਪਿਤਾ ਮਹਾਰਾਜ ਜੀ ਅੱਗੇ ਫਰਮਾਉਂਦੇ ਨੇ, ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲੋ ਧਨ ਹੈ ਸਭ ਹੀ ਇਨਹੀ ਕੋ। ਮੇਰਾ ਸਾਰਾ ਕੁਝ ਇਹਨਾਂ ਜੋਗਾ ਹੀ ਹੈ। ਧੰਨ ਗੁਰੂ ਕਲਗੀਧਰ ਪਿਤਾ, ਤੇਰੇ ਵਰਗਾ ਨਹੀਂ ਕੋਈ ਦੁਨੀਆ ਦੇ ਉੱਤੇ ਹੋਇਆ ਤੇ ਨਾ ਹੋ ਸਕਦਾ ਹੈ। ਇੱਕੋ ਹੀ ਰੁਤਬਾ ਸੀ, ਉਹ ਸੀ ਗੁਰੂ ਹੋਣ ਦਾ, ਉਹ ਵੀ ਖਾਲਸੇ ਦੀ ਝੋਲੀ ਪਾ ਦਿੱਤਾ। ਆਪਣਾ ਸਾਰਾ ਕੁਝ ਖਾਲਸੇ ਤੋਂ ਵਾਰਿਆ, ਪੰਥ ਤੋਂ ਵਾਰਿਆ, ਤੈਨੂੰ ਤਾਂ ਹੀ ਤੇ ਸਰਬੰਸਦਾਨੀ ਕਹਿੰਦੇ ਨੇ। ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਰਿਆਂ ਤੇ ਕਿਰਪਾ ਰਹਿਮਤ ਕਰਨ। ਅਸੀਂ ਗੁਰੂ ਵਾਲੇ ਬਣੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਵੱਧ ਤੋਂ ਵੱਧ, ਤੇ ਕਲਗੀਧਰ ਪਿਤਾ ਦੇ ਸਾਧ ਸੰਗਤ ਮਾਣ ਨਾਲ ਧੀਆਂ ਪੁੱਤਰ ਬਣ ਕੇ ਜੀਵਨ ਜੀਵੀਏ। ਬਾਣੀ ਨਾਲ ਜੁੜਨਾ ਹੈ, ਬਾਣੇ ਦਾ ਸੰਗ ਸਾਧ ਸੰਗਤ ਧਾਰਨ ਕਰਨਾ ਹੈ, ਹਮੇਸ਼ਾ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ, ਗੁਰੂ ਗ੍ਰੰਥ ਸਾਹਿਬ ਕੋਲੋਂ ਸਿੱਖੀ ਮੰਗਣੀ ਹੈ। ਬੇਅੰਤ ਬੇਅੰਤ ਭੁੱਲਾਂ ਗਲਤੀਆਂ ਲਈ ਖਿਮਾ, ਮਹਾਰਾਜ ਸਾਰਿਆਂ ਤੇ ਕਿਰਪਾ ਕਰਨ। ਬੁਲਾਓ ਜੀ ਗੱਜ ਵੱਜ ਫਤਿਹ ਤੇ ਬਹੁਤ ਬਹੁਤ ਵਧਾਈਆਂ ਕਬੂਲੋ ਖਾਲਸੇ ਦੇ ਜਨਮ ਦਿਹਾੜੇ ਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।